ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪੰਜਾਬ ਦੇ ਕਿਸਾਨ ਬਹੁਤ ਗੁੱਸੇ 'ਚ ਨੇ। ਉਹਨਾਂ ਦੀ ਨਾਰਾਜ਼ਗੀ ਖਾਸ ਤੌਰ ਤੇ ਪੰਜਾਬ ਦੀ ਸਰਕਾਰ, ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਆ, ਕਿਉਂਕਿ ਜਦੋਂ 21 ਅਗਸਤ ਨੂੰ ਜਾਂ ਬੀਤੇ ਸੋਮਵਾਰ ਨੂੰ ਉਹ ਚੰਡੀਗੜ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਸੀ, ਖਾਸ ਤੌਰ ਤੇ ਹੜ੍ਹ ਪੀੜਤਾਂ ਲਈ, ਉਹਨਾਂ ਲਈ ਬਣਦੀਆਂ ਸਹੂਲਤਾਂ, ਉਹਨਾਂ ਲਈ ਰਾਹਤ ਜਾਂ ਉਹਨਾਂ ਦੀ ਮੁਆਵਜ਼ੇ ਦੀ ਮੰਗ ਕਰਨ ਜਾ ਰਹੇ ਸੀ। ਇਸ ਦੌਰਾਨ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਲੌਂਗੋਵਾਲ ਦੇ ਵਿੱਚ ਉਹਨਾਂ ਤੇ ਲਾਠੀਆਂ ਚਲਾਈਆਂ ਗਈਆਂ, ਡੰਡੇ ਵਰ੍ਹਾਏ ਗਏ। ਇਸ ਦੌਰਾਨ ਇੱਕ ਕਿਸਾਨ ਦੀ ਮੌਤ ਵੀ ਹੋ ਗਈ। ਹੁਣ ਇਹਨਾਂ ਕਿਸਾਨਾਂ ਨੇ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਆ। ਕਹਿੰਦੇ ਜੇ ਭਾਰਤ ਦੇ ਪ੍ਰਧਾਨ ਮੰਤਰੀ, ਜਿਨ੍ਹਾਂ ਦੀ ਕੇਂਦਰ ਦੇ ਵਿੱਚ ਬਹੁਤ ਮਜ਼ਬੂਤ ਸਰਕਾਰ ਆ, ਜੇ ਉਹ ਖੜੇ ਨਹੀਂ ਹੋ ਸਕੇ ਤਾਂ ਭਗਵੰਤ ਮਾਨ ਤਾਂ ਕਿਸ ਖੇਤ ਦੀ ਮੂਲੀ ਹੈ। ਇਸ ਤੋਂ ਇਲਾਵਾ ਤੁਹਾਨੂੰ ਅੱਜ ਮੈਂ ਇਹ ਵੀ ਦੱਸੂਗਾ ਕਿ ਜਿਹੜੇ ਖੇਤੀ ਕਾਨੂੰਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਲੈ ਕੇ ਆਈ ਸੀ, ਉਹ ਖੇਤੀ ਕਾਨੂੰਨ ਕੇਵਲ ਇੱਕ NRI ਦੇ ਕਹਿਣ ਤੇ, ਇੱਕ ਨਾਨ ਰੈਜ਼ੀਡੈਂਟ ਇੰਡੀਅਨ ਜਿਹੜਾ ਭਾਰਤੀ ਮੂਲ ਦਾ ਵਿਅਕਤੀ ਸੀ ਸ਼ਰਦ ਮਰਾਠੇ, ਉਹਦੇ ਕਹਿਣ ਤੇ ਇਹ ਕਾਨੂੰਨ ਕਿਸ ਤਰ੍ਹਾਂ ਬਣ ਗਏ, ਇਸ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ। ਔਰ ਉਹਨਾਂ ਕਾਨੂੰਨਾਂ ਕਾਰਨ ਹੀ ਕਿਸ ਤਰ੍ਹਾਂ 1 ਸਾਲ ਤੋਂ ਵੀ ਵੱਧ ਦਾ ਅੰਦੋਲਨ ਹੁੰਦਾ, ਔਰ ਇਸੇ ਅੰਦੋਲਨ ਦੇ ਦੌਰਾਨ ਕਿਸ ਤਰ੍ਹਾਂ ਲਗਭਗ 750 ਕਿਸਾਨਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ, ਇਸ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ। ਤੇ ਇਸੇ ਤਰ੍ਹਾਂ ਕਿਸ ਤਰ੍ਹਾਂ ਹੁਣ CBI ਨੇ ਗੌਤਮ ਅਡਾਨੀ ਇਸ ਦੇਸ਼ ਦੇ ਬੜੇ ਵੱਡੇ ਬਿਜ਼ਨਸਮੈਨ ਨੇ, ਬੜੇ ਵੱਡੇ ਵਪਾਰੀ ਨੇ, ਔਰ ਉਹਨਾਂ ਦੀ ਜਿਹੜੀ ਨਜ਼ਦੀਕੀ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਾਰਿਆਂ ਨੂੰ ਪਤਾ ਕਿੰਨੀ ਜ਼ਿਆਦਾ, ਔਰ ਪਿਛਲੇ ਦਿਨਾਂ ਦੇ ਵਿੱਚ ਇਸ ਤੇ ਖੂਬ ਸਿਆਸਤ ਵੀ ਹੋਈ ਆ। ਗੌਤਮ ਅਡਾਨੀ ਨੂੰ CBI ਨੇ ਕਲੀਨ ਚਿੱਟ ਦੇਤੀ ਕਿ ਜਿਹੜਾ ਉਹਨਾਂ ਨੇ ਸਨ 2010 ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਕੋਲਾ ਮੁਹੱਈਆ ਕਰਵਾਇਆ ਸੀ ਜਾਂ ਸਪਲਾਈ ਕੀਤਾ ਸੀ, ਇਹਦੇ ਵਿੱਚ ਕਹਿੰਦੇ ਹੁਣ ਇਹਨਾਂ ਦਾ ਕੋਈ ਕਸੂਰ ਨਹੀਂ ਸੀ ਤੇ ਨਾ ਹੀ ਅਫਸਰਾਂ ਦਾ ਕੋਈ ਕਸੂਰ ਸੀ। ਤੇ ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ED ਯਾਨੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਇੱਕ ਗੱਲ ਬੜੀ ਸਪਸ਼ਟ ਕਰਤੀ ਆ। ਕਹਿੰਦੇ ਤੁਸੀਂ ਆਪਣੇ ਆਪ ਦੇ ਵਿੱਚ ਕਾਨੂੰਨ ਨਹੀਂ ਹੋ। ਜਦੋਂ ਮਰਜ਼ੀ ਤੁਹਾਡਾ ਜੀ ਚਾਵੇ ਜਿਸ ਕਿਸੇ ਮਰਜ਼ੀ ਸੂਬੇ ਦੇ ਵਿੱਚ ਤੁਸੀਂ ਕੇਸ ਦਰਜ ਕਰ ਲੈਂਦੇ ਹੋ, ਤੇ ਜਿਸ ਕਿਸੇ ਮਰਜ਼ੀ ਸੂਬੇ ਦੇ ਤੁਸੀਂ ਵਿਅਕਤੀਆਂ ਨੂੰ ਜਾਂ ਉੱਥੋਂ ਦੇ ਅਫਸਰਾਂ ਨੂੰ ਜਾਂ ਉੱਥੋਂ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਫੜ ਕੇ ਲੈ ਜਾਂਦੇ ਹੋ। ਇਸ ਉੱਤੇ ਵੀ ਮੈਂ ਤੁਹਾਨੂੰ ਸਾਰੀ ਤਫਸੀਲ ਦੇ ਨਾਲ ਗੱਲ ਇਹ ਦੱਸੂਗਾ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕਰਤਾ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਪੰਜਾਬ ਪੁਲਿਸ ਨੇ ਵਿਹਾਰ ਕੀਤਾ, ਸੰਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਉਹਨਾਂ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਕਿਸੇ ਵੀ ਪ੍ਰੋਵੋਕੇਸ਼ਨ ਦੇ ਬਗੈਰ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਘਟਨਾ ਦੇ ਬਗੈਰ ਉਹਨਾਂ ਨੇ ਜਿਸ ਤਰ੍ਹਾਂ ਲਾਠੀਆਂ ਡੰਡੇ ਚਲਾਏ, ਔਰ ਖਾਸ ਤੌਰ ਤੇ ਔਰਤਾਂ ਦੇ ਬੱਸਾਂ ਦੇ ਸ਼ੀਸ਼ੇ ਭੰਨੇ, ਔਰਤਾਂ ਤੇ ਲਾਠੀਆਂ ਚਲਾਈਆਂ, ਇਹ ਸਾਰਾ ਕੁਝ ਵੀ ਸਾਹਮਣੇ ਆਇਆ। ਤੇ ਹੁਣ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ 32 ਜਥੇਬੰਦੀਆਂ ਹੁੰਦੀਆਂ ਸੀ, ਅੱਜ ਕੱਲ੍ਹ ਲਗਭਗ 60 ਤੋਂ 64 ਹੋ ਚੁੱਕੀਆਂ ਨੇ। ਤੁਸੀਂ ਯਾਦ ਕਰੋ ਉਹ ਜਿਹੜਾ 1 ਸਾਲ ਤੋਂ ਵੀ ਵੱਧ ਦਾ ਸਮਾਂ ਉਹ ਅੰਦੋਲਨ ਚੱਲਿਆ ਸੀ ਦਿੱਲੀ ਦੀਆਂ ਸਰਹੱਦਾਂ ਤੇ, ਔਰ ਉਸ ਤੋਂ ਬਾਅਦ ਜਦੋਂ ਉਹ ਮੋਰਚਾ ਖਤਮ ਹੋਇਆ ਸੀ, ਜਦੋਂ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਸੀ, ਉਸ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਟਕਰਾਅ ਪੈਦਾ ਹੋ ਗਏ ਸੀ, ਬਹੁਤ ਸਾਰੀਆਂ ਜਥੇਬੰਦੀਆਂ ਦੁਫਾੜ ਹੋ ਗਈਆਂ ਸੀ। ਪਰ ਇਸੇ ਦੌਰਾਨ ਹੁਣ ਦੁਬਾਰਾ ਇਹ ਇਕੱਠੀਆਂ ਹੋ ਗਈਆਂ ਤੇ ਇਸ ਟਾਈਮ ਇੱਕ ਛਤਰੀ ਦੇ ਥੱਲੇ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਅਧੀਨ ਲਗਭਗ 60 ਤੋਂ ਲੈ ਕੇ 64 ਜਥੇਬੰਦੀਆਂ ਨੇ। ਇਹਨਾਂ ਨੇ ਹੁਣ ਫੈਸਲਾ ਕੀਤਾ ਕਿ ਅਸੀਂ ਸਰਕਾਰ ਦੇ ਖਿਲਾਫ ਮੋਰਚਾ ਖੋਲਾਂਗੇ। ਆਗੂ ਨੇ ਇੱਕ ਇਹਨਾਂ ਦੇ CPI ML ਦੇ ਸੁਖਦਰਸ਼ਨ ਸਿੰਘ ਨੱਤ, ਬਲਕਿ ਉਹਨਾਂ ਨੇ ਤਾਂ ਸੁਨੇਹਾ ਵੀ ਦਿੱਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਆ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਜੇ ਸਰਕਾਰ ਨੂੰ ਅਕਲ ਨਾ ਆਈ, ਭਗਵੰਤ ਮਾਨ ਨੇ ਆਪ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਨਾ ਕੀਤਾ, ਤਾਂ 2 ਸਤੰਬਰ ਨੂੰ ਚੰਡੀਗੜ੍ਹ SKM ਦੀ ਮੀਟਿੰਗ ਬੁਲਾਈ ਗਈ ਹੈ, ਜਿਹਦੇ 'ਚ ਫੈਸਲਾ ਲੈ ਕੇ ਇੱਕ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਊ। ਤੇ ਜੇ ਮੋਦੀ ਸਰਕਾਰ ਨਹੀਂ ਅੜ ਸਕੀ ਤਾਂ ਭਗਵੰਤ ਮਾਨ ਸਰਕਾਰ ਕਿਸ ਖੇਤ ਦੀ ਮੂਲੀ ਹੈ। ਕਿ ਜੇ ਸਰਕਾਰ ਨੇ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ, ਜਾਂ ਸਰਕਾਰ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਅੱਗੇ ਹੋ ਕੇ ਗੱਲਬਾਤ ਨਾਲ ਇਸ ਮਾਮਲੇ ਨੂੰ ਹੱਲ ਕਰਨ ਦਾ ਕੋਸ਼ਿਸ਼ ਨਾ ਕੀਤੀ, ਤਾਂ ਫਿਰ ਉਹ ਆਪਣਾ ਇਹ ਮੋਰਚਾ ਹੋਰ ਤੇਜ਼ ਕਰਨ ਲਈ, ਆਪਣਾ ਇਹ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਕਰਨ ਲਈ ਮਜਬੂਰ ਹੋ ਜਾਣਗੇ। ਇਹ ਮੈਸੇਜ ਉਹਨਾਂ ਨੇ ਦਿੱਤਾ ਵੀ ਆ। ਇਸ ਦੌਰਾਨ ਇੱਕ ਗੱਲ ਹੋਰ ਸਾਹਮਣੇ ਆਈ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇਹ ਜਿਹੜੇ ਸਾਰੇ ਕਿਸਾਨ ਸੀ,
ਇਹ ਹੜ੍ਹ ਪੀੜਤਾਂ ਲਈ ਇਹ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਸੀ। ਵੈਸੇ ਤਾਂ ਇਸ ਸਰਕਾਰ ਨੂੰ ਜਾਂ ਇਸ ਪੁਲਿਸ ਨੂੰ ਇਹਨਾਂ ਨੂੰ ਰੋਕਣਾ ਹੀ ਨਹੀਂ ਚਾਹੀਦਾ ਇਹ ਧਰਨਾ ਪ੍ਰਦਰਸ਼ਨ ਕਰਕੇ, ਜਿਹੜਾ ਇਹਨਾਂ ਦਾ ਜਮਹੂਰੀ ਹੱਕ ਆ। ਤੁਸੀਂ ਇੱਕ ਤਰ੍ਹਾਂ ਯਾਦ ਕਰੋ, ਜਦੋਂ ਦਿੱਲੀ ਦੀਆਂ ਸਰਹੱਦਾਂ ਤੇ ਜਾਂ ਆਪਾਂ ਅਕਸਰ ਕਹਿ ਦਿੰਦੇ ਆ ਦਿੱਲੀ ਦੀਆਂ ਬਰੂਹਾਂ ਤੇ ਇਹ ਧਰਨੇ ਪ੍ਰਦਰਸ਼ਨ ਚੱਲ ਰਹੇ ਸੀ, ਇੱਥੋਂ ਤੱਕ ਕਿ ਸੁਪਰੀਮ ਕੋਰਟ ਦੇ ਵਿੱਚ ਕਈ ਪਟੀਸ਼ਨਸ ਲੱਗੀਆਂ ਸੀ ਕਿ ਇਹਨਾਂ ਨੂੰ ਇੱਥੋਂ ਹਟਾਓ, ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਧਰਨਾ ਪ੍ਰਦਰਸ਼ਨ ਕਰਨਾ ਇਹਨਾਂ ਦਾ ਬੁਨਿਆਦੀ ਹੱਕ ਆ, ਇਹਨਾਂ ਦਾ ਫੰਡਾਮੈਂਟਲ ਰਾਈਟ ਆ, ਇਹਨਾਂ ਦਾ ਸੰਵਿਧਾਨਿਕ ਅਧਿਕਾਰ ਆ, ਅਸੀਂ ਇਹਨਾਂ ਨੂੰ ਜ਼ਬਰਦਸਤੀ ਨਹੀਂ ਹਟਾ ਸਕਦੇ। ਤੇ ਦਿੱਲੀ ਪੁਲਿਸ ਜਿਹੜੀ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਆ, ਉਹਨਾਂ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਸੀ ਕੀਤਾ ਕਿ ਲਾਠੀਆਂ ਭਰਾਉਣੀਆਂ ਸ਼ੁਰੂ ਕਰਤੀਆਂ ਹੋਣ। ਡਰਾਇਆ ਧਮਕਾਇਆ ਬਹੁਤ ਗਿਆ ਸੀ, ਬੜਾ ਕੁਝ ਹੋਇਆ, ਪਰ ਇੱਥੋਂ ਤੱਕ ਕੇਂਦਰ ਸਰਕਾਰ ਨੇ ਵੀ ਇਸ ਤਰ੍ਹਾਂ ਦੀ ਕੋਈ ਹਿੰਮਤ ਨਹੀਂ ਸੀ ਕੀਤੀ, ਪਰ ਇੱਥੇ ਤਾਂ ਹੋਈ ਆ। ਦੂਸਰੇ ਪਾਸੇ ਜੇ ਲੋਕ ਆਪਸ ਦੇ ਵਿੱਚ ਇਕੱਠੇ ਹੋ ਜਾਣ, ਇਸ ਦੀਆਂ ਮਿਸਾਲਾਂ ਹੁਣ ਮਿਲ ਰਹੀਆਂ ਨੇ। ਜੇ ਲੋਕ ਆਪਸ ਦੇ ਵਿੱਚ ਇਕੱਠੇ ਹੋ ਜਾਣ ਤੇ ਜੇ ਸਰਕਾਰਾਂ ਕੰਮ ਨਹੀਂ ਵੀ ਕਰਦੀਆਂ ਤੇ ਉਹਨਾਂ ਨੂੰ ਗੋਡਿਆਂ ਭਾਰ ਕਿਸ ਤਰ੍ਹਾਂ ਲੈ ਕੇ ਆਉਣਾ, ਇਸ ਦੀਆਂ ਵੀ ਮਿਸਾਲਾਂ ਬਹੁਤ ਮੌਜੂਦ ਨੇ। ਤੁਸੀਂ ਯਾਦ ਕਰੋ ਕਿਸੇ ਟਾਈਮ ਇਹੀ ਪੰਜਾਬ ਪੁਲਿਸ ਜਿਸ ਨੇ ਅੱਤਵਾਦ ਦੇ ਨਾਲ ਲੜਿਆ, ਜਾਂ ਜਿਹੜੇ ਇਹ ਕੋਸ਼ਿਸ਼ ਕਰਦੇ ਰਹੇ ਕਿ ਅੱਤਵਾਦ ਇੱਥੋਂ ਖਤਮ ਹੋ ਜਾਏ, ਔਰ ਉਹਨਾਂ ਨੇ ਆਪਣੀ ਬੜੀ ਵੱਡੀ ਇਸ 'ਚ ਭੂਮਿਕਾ ਵੀ ਨਿਭਾਈ। ਇਸ ਦੌਰਾਨ ਲੋਕਾਂ ਦੀ ਜਿਹੜੀ ਮਦਦ ਸੀ ਜਾਂ ਲੋਕਾਂ ਵੱਲੋਂ ਸੂਚਨਾਵਾਂ ਮਿਲਦੀਆਂ ਸੀ, ਜਦੋਂ ਲੋਕ ਇਕੱਠੇ ਹੋ ਗਏ, ਲੋਕ ਉਸ ਅੱਤਵਾਦ ਤੋਂ ਤੰਗ ਆ ਗਏ ਤੇ ਉਹਨਾਂ ਨੇ ਸੂਚਨਾਵਾਂ ਦੇ ਕੇ ਇਸ ਅੱਤਵਾਦ ਨੂੰ ਖਤਮ ਕਰਨ ਦੇ ਵਿੱਚ ਬੜੀ ਵੱਡੀ ਆਪਣੀ ਭੂਮਿਕਾ ਨਿਭਾਈ ਸੀ। ਤੇ ਮੈਂ ਹੁਣ ਆਉਣਾ ਇਸੇ ਹੜ੍ਹਾਂ ਦੀ ਗੱਲ ਤੇ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਲੋਕ ਇਕੱਠੇ ਹੋ ਗਏ ਨੇ। ਜੇ ਆਪਾਂ ਤਰਨਤਾਰਨ ਦੀ ਗੱਲ ਕਰੀਏ, ਸਰਹਾਲੀ ਦੀ ਗੱਲ ਕਰੀਏ, 900 ਫੁੱਟ ਦਾ ਉੱਥੇ ਪਾੜ ਪੈ ਗਿਆ ਸੀ ਸਤਲੁਜ ਦਰਿਆ ਦੇ ਵਿੱਚ। ਸਰਕਾਰ ਨਹੀਂ ਉੱਥੇ ਮਦਦ ਕਰਨ ਪਹੁੰਚੀ, ਲੋਕ ਇਕੱਠੇ ਹੋਏ ਤੇ 900 ਫੁੱਟ ਦਾ ਪਾੜ ਇਹਨਾਂ ਨੇ ਪੂਰਿਆ, ਉੱਥੇ ਜਾ ਕੇ ਬੰਨ ਇਹਨਾਂ ਨੇ ਬਣਾਇਆ। ਇਸੇ ਤਰ੍ਹਾਂ ਅੱਗੇ ਆ ਜੋ ਜਲੰਧਰ ਦੇ ਵਿੱਚ ਦੁਆਬੇ ਦੇ ਵਿੱਚ ਫਲੌਰ, ਇਸੇ ਤਰ੍ਹਾਂ ਉੱਥੋਂ ਦਾ ਜਿਹੜਾ ਸ਼ਾਹਕੋਟ ਏਰੀਆ, ਤੇ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ, ਇੱਥੇ ਸਤਲੁਜ ਵੀ ਹੈ ਤੇ ਬਿਆਸ ਦਰਿਆ ਪੈਂਦੇ ਆ। ਘੱਟੋ ਘੱਟ 10 ਪਾੜ ਬ੍ਰੀਚਿਸ ਇਸ ਤਰ੍ਹਾਂ ਦੀਆਂ ਸੀ ਜਿਹੜੀਆਂ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਬੰਨਿਆ, ਜਾਂ ਇਕੱਠੇ ਹੋ ਕੇ ਆਪਸੀ ਮਤਭੇਦ ਸਾਰੇ ਭੁਲਾਤੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੀ ਸਿਆਸਤ ਆ ਉਹਦੇ ਨਾਲ ਪਿੰਡਾਂ ਦੇ ਵਿੱਚ ਧੜੇਬਾਜ਼ੀ ਕਿੰਨੀ ਹੋ ਜਾਂਦੀ ਹੈ। ਇਸ ਦੇ ਬਾਵਜੂਦ ਲੋਕ ਅੱਗੇ ਆਏ। ਤੇ ਇੱਕ ਹੋਰ ਐਗਜ਼ਾਮਪਲ, ਇੱਕ ਹੋਰ ਉਦਾਹਰਨ ਤੁਹਾਨੂੰ ਮੈਂ ਦੇਣਾ ਚਾਹੁੰਦਾ ਗੁਰਦਾਸਪੁਰ ਦੀ। ਗੁਰਦਾਸਪੁਰ ਦੇ ਵਿੱਚ 5000 ਤੋਂ ਵੀ ਵੱਧ ਵਿਅਕਤੀ ਪਿੰਡਾਂ ਦੇ 25 ਤੋਂ 30 ਪਿੰਡਾਂ ਦੇ ਇਕੱਠੇ ਹੋ ਗਏ, ਔਰ ਉੱਥੇ ਲਗਭਗ 300 ਫੁੱਟ ਦਾ ਪਾੜ ਸੀ ਬਿਆਸ ਨਦੀ ਦੇ ਵਿੱਚ ਜਾਂ ਬਿਆਸ ਦਰਿਆ ਦੇ ਵਿੱਚ। ਉਹ ਇਕੱਠੇ ਹੋ ਕੇ ਸਾਰਿਆਂ ਨੇ ਬੰਨਿਆ। ਉੱਥੋਂ ਦੇ ਬਲਕਿ ਪ੍ਰਸ਼ਾਸਨ ਦਾ ਵੀ ਇਹ ਕਹਿਣਾ ਸੀ ਕਿ ਜੇ ਅਸੀਂ ਕੰਮ ਕਰਦੇ ਤਾਂ ਹੋ ਸਕਦਾ ਸਾਨੂੰ 20 ਤੋਂ 22 ਦਿਨ ਲੱਗ ਜਾਂਦੇ, ਤੇ ਜੇ ਇਹ ਕੰਮ ਕਰ ਰਹੇ ਆ ਇਹਨਾਂ ਨੇ ਕੇਵਲ ਤੇ ਕੇਵਲ 72 ਘੰਟਿਆਂ 'ਚ ਇਹ ਕੰਮ ਕਰਤਾ। ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਆ। ਈਵਨ ਕਿ ਤੁਸੀਂ ਦੇਖੋ ਚੰਦਪੁਰਾ ਹਰਿਆਣੇ ਦੇ ਨਾਲ ਉਹ ਸਾਡਾ ਇਲਾਕਾ ਲੱਗਦਾ, ਉੱਥੇ ਅੰਬਾਲੇ, ਇਸੇ ਤਰ੍ਹਾਂ ਫਤਿਆਬਾਦ, ਇਸੇ ਤਰ੍ਹਾਂ ਸਿਰਸਾ, ਉੱਥੋਂ ਦੇ ਲੋਕ ਵੀ ਨਾਲ ਰਹਿੰਦੇ ਨੇ ਹਰਿਆਣੇ ਦੇ ਵਿੱਚ। ਉੱਥੇ ਕਾਫੀ ਪੰਜਾਬ ਦੀ ਪਾਪੂਲੇਸ਼ਨ ਜਾਂ ਪੰਜਾਬੀਆਂ ਦੀ ਪਾਪੂਲੇਸ਼ਨ ਜਨਸੰਖਿਆ ਬਹੁਤ ਆ। ਉੱਥੇ ਵੀ ਲੋਕਾਂ ਨੇ ਇਕੱਠੇ ਹੋ ਕੇ ਉਸ ਬੰਨ੍ਹ ਨੂੰ ਬਣਿਆ, ਕਿਉਂਕਿ ਪ੍ਰਸ਼ਾਸਨ ਸੀ, ਸਰਕਾਰਾਂ ਸੀ, ਉਹ ਆਪਣੇ ਹੱਥ ਖੜੇ ਕਰ ਗਈਆਂ ਸੀ। ਹੁਣ ਜਦੋਂ ਗੱਲ ਆਉਂਦੀ ਆ ਕਿ ਲੋਕਾਂ ਦੀ ਗੱਲ ਆਉਂਦੀ ਆ, ਤੇ ਫਿਰ ਲੋਕਾਂ ਦੇ ਨੁਮਾਇੰਦਿਆਂ ਦੀ ਵੀ ਗੱਲ ਆਉਣੀ ਚਾਹੀਦੀ ਹੈ। ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਆਪਸ ਦੇ ਵਿੱਚ ਟਕਰਾਅ ਹੋਏ, ਚਾਹੇ ਉਹ ਜੀਰੇ ਵਾਲੀ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੀ ਭਲੋਤਰਾ ਦੀ ਫੈਕਟਰੀ ਸੀ, ਚਾਹੇ ਪਿਛਲੇ ਦਿਨਾਂ ਦੇ ਵਿੱਚ ਨਸ਼ਿਆਂ ਦੀ ਗੱਲ ਸੀ, ਚਾਹੇ ਹੁਣ ਪੁਲਿਸ ਦੀ ਮਾਰ ਦੀ ਗੱਲ ਆ। ਇੱਕ ਗੱਲ ਅੱਜ ਤੱਕ ਸਮਝ ਨਹੀਂ ਆਈ, ਸਰਕਾਰਾਂ ਇਸ ਦੀ ਨੁਮਾਇੰਦਗੀ ਕਰਨ ਲਈ ਪੁਲਿਸ ਅਫਸਰਾਂ ਨੂੰ ਕਿਉਂ ਅੱਗੇ ਕਰ ਦਿੰਦੀਆਂ, ਪੁਲਿਸ ਅਫਸਰਾਂ ਦੇ ਡੈਲੀਗੇਸ਼ਨ ਅੱਗੇ ਕਿਉਂ ਭੇਜਦੀਆਂ ਨੇ। ਤੁਸੀਂ ਜੀਰੇ ਦੇਖ ਲਓ, ਉੱਥੇ ਵੀ ਜਾਂ ਤਾਂ ਉੱਥੋਂ ਦੇ ਡਿਪਟੀ ਕਮਿਸ਼ਨਰ ਲੱਗੇ ਹੋਏ ਸੀ, ਜਾਂ ਤੁਸੀਂ ਦੇਖੋ ਇਹ ਜਸਕਰਨ ਸਿੰਘ IG, ਇਹਨਾਂ ਨੂੰ ਅੱਗੇ ਕੀਤਾ ਹੋਇਆ ਸੀ। ਹਾਲਾਂਕਿ ਉਹ ਜਿਹੜੀਆਂ ਨੈਗੋਸ਼ੀਏਸ਼ਨ ਸੀ ਉਹ ਕਿਸੇ ਸਿਰੇ ਨਹੀਂ ਲੱਗੀਆਂ। ਇਸੇ ਤਰ੍ਹਾਂ ਨਸ਼ਿਆਂ ਦੇ ਮਾਮਲੇ ਦੇ ਵਿੱਚ ਦੇਖ ਲਓ, ਤੁਸੀਂ ਨਰਿੰਦਰ ਭਾਰਗਵ ਨੂੰ ਭੇਜ ਰਹੇ ਹੋ, ਜਸਕਰਨ ਸਿੰਘ ਨੂੰ ਭੇਜ ਰਹੇ ਹੋ, ਨਾਨਕ ਸਿੰਘ ਨੂੰ ਭੇਜ ਰਹੇ ਹੋ ਉੱਥੇ। ਤੇ ਇਸੇ ਤਰ੍ਹਾਂ ਹੁਣ ਜਦੋਂ ਕੱਲ ਜਾਂ ਸੋਮਵਾਰ ਨੂੰ ਡੰਡੇ ਭਰਾਏ ਗਏ, ਉੱਥੇ ਜਾਂਦੇ ਨੇ ਗੱਲਬਾਤ ਕਰਨ ਪਟਿਆਲਾ ਰੇਂਜ ਦੇ IG ਮੁਖਵਿੰਦਰ ਸਿੰਘ ਛੀਨਾ। ਮੇਰਾ ਕਹਿਣ ਦਾ ਭਾਵ ਇਹ ਆ ਕਿ ਤੁਹਾਡੇ ਕੋਲੇ, ਯਾਨੀ ਕਿ ਆਮ ਆਦਮੀ ਪਾਰਟੀ ਸਰਕਾਰ ਕੋਲੇ 92 MLA ਨੇ। ਚਲੋ ਇੱਕ ਤਾਂ ਉਹਨਾਂ ਦੇ ਮੁੱਖ ਮੰਤਰੀ ਹੈ, ਘੱਟੋ ਘੱਟ 90-91 ਤਾਂ ਹੈ। ਇਹਨਾਂ ਨੂੰ ਨੁਮਾਇੰਦਗੀ ਕਿਉਂ ਨਹੀਂ ਦਿੱਤੀ ਜਾਂਦੀ? ਇਹ ਅੱਗੇ ਜਾ ਕੇ ਗੱਲ ਕਿਉਂ ਨਹੀਂ ਕਰਦੇ? ਲੋਕਾਂ ਦੇ ਨੁਮਾਇੰਦੇ ਇਹ ਨੇ
ਤੇ ਤੁਸੀਂ ਉੱਥੇ ਪੁਲਿਸ ਨੂੰ ਭੇਜ ਦਿੰਦੇ ਹੋ, ਪੁਲਿਸ ਅਫਸਰਾਂ ਨੂੰ ਭੇਜ ਦਿੰਦੇ ਹੋ। ਸਾਡਾ ਜਿਹੜਾ ਵੀਰ ਲੰਗੋਵਾਲ ਦੇ ਵਿੱਚ ਜਿਹਦੀ ਸ਼ਹਾਦਤ ਹੋਈ ਹੈ ਲਾਠੀ ਚਾਰਜ ਦੇ ਵਿੱਚ, ਇਹ ਉਸ ਤਰ੍ਹਾਂ ਦਾ ਟਰਨਿੰਗ ਪੁਆਇੰਟ ਪੰਜਾਬ 'ਚ ਆ। ਸਾਰਿਆਂ ਨਾਲੋਂ ਵੱਧ ਮਦਦ ਇਹਨਾਂ ਹੀ ਕਿਸਾਨ ਯੂਨੀਅਨਸ ਨੇ ਇਸ ਜਮਾਤ ਦੀ ਕੀਤੀ ਸੀ, ਇਹ ਸਮਝ ਕੇ। ਇਹ ਕਹਿੰਦੇ ਸੀ ਅਸੀਂ ਪਿੰਡਾਂ ਤੋਂ ਤੇ ਸ਼ਹਿਰਾਂ ਦੀਆਂ ਸੱਥਾਂ ਵਿੱਚੋਂ ਚਲਾਵਾਂਗੇ ਸਰਕਾਰਾਂ ਨੂੰ। ਅੱਜ 1.5 ਸਾਲ ਦੇ ਵਿੱਚ ਹੀ ਉਹਨਾਂ ਨੇ ਵੇਖ ਲਿਆ ਕਿ ਜਿਹੜਾ ਮੁੱਖ ਮੰਤਰੀ ਹੈ ਇਹ ਤੇ ਆਪਣਾ ਇਹਦੀ ਗਰਾਊਂਡ ਹੀ ਇਹਦੇ ਪੈਰਾਂ ਥੱਲੋਂ ਨਿਕਲ ਗਈ ਹੈ, ਇਹਨੂੰ ਰੱਬ ਭੁੱਲ ਗਿਆ। ਇਸ ਤੋਂ ਪਹਿਲੇ ਵੀ ਇੱਕ ਸਿਆਸੀ ਜਮਾਤ ਦੇ ਆਗੂ ਨੇ ਜਿਹੜੇ ਕਹਿੰਦੇ ਹੁੰਦੇ ਸੀ ਕਿ 25 ਸਾਲ ਅਸੀਂ ਪੰਜਾਬ ਤੇ ਰਾਜ ਕਰਨਾ ਹੈ, 10 ਸਾਲ ਉਹਨਾਂ ਨੂੰ ਬਾਹਰ ਹੋ ਗਏ ਤੇ 15-20 ਸਾਲ ਅਜੇ ਵਾਰੀ ਨਹੀਂ ਆ। ਇਹ ਵੀ ਉਸ ਗਲਤਫਹਿਮੀ ਦਾ ਸ਼ਿਕਾਰ ਹੈ। ਖਾਕੀ ਵਰਦੀ ਤਾਂ ਆਲਰੇਡੀ ਜਿਹੜਾ ਕਲੋਨੀਅਲ ਮਾਈਂਡਸੈਟ ਆ, ਲੋਕੀ ਡਰਦੇ ਨੇ, ਲੋਕਾਂ ਨੂੰ ਲੱਗਦਾ ਕਿ ਸਾਨੂੰ ਡਰਾਉਣ ਆਏ ਨੇ। ਇੱਕ ਪਾਸੇ ਤੁਸੀਂ ਦਬਕਾ ਲੈ ਕੇ ਜਾਂਦੇ ਹੋ, ਇੱਕ ਪਾਸੇ ਤੁਸੀਂ ਉਹਨਾਂ ਨਾਲ ਨੈਗੋਸ਼ੀਏਸ਼ਨਸ ਕਰਦੇ ਹੋ, ਗੱਲਬਾਤ ਕਰਦੇ ਹੋ। ਜਿੰਨੀ ਦੇਰ ਤੱਕ ਚੁਣੇ ਹੋਏ ਨੁਮਾਇੰਦੇ ਨਹੀਂ ਜਾਣਗੇ, ਜਿਹੜੇ ਲੋਕੀ ਉੱਥੋਂ ਦੀ ਨੁਮਾਇੰਦਗੀ ਕਰਦੇ ਨੇ, ਜਿਹੜੇ MLA ਉਸ ਹਲਕੇ ਦੇ ਨੇ, ਉਨੀ ਦੇਰ ਤੱਕ ਤੁਹਾਡੇ ਇਹ ਮਸਲੇ ਨਹੀਂ ਸੁਲਝਣੇ, ਬਲਕਿ ਪੁਲਿਸ ਅਫਸਰਾਂ ਨੂੰ ਭੇਜੋਗੇ ਤਾਂ ਮਸਲੇ ਤੁਹਾਡੇ ਹੋਰ ਖਰਾਬ ਹੋਣਗੇ। ਜਦੋਂ ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਲੈ ਕੇ ਆਂਦੇ, ਕਾਨੂੰਨ ਤਾਂ ਖੈਰ ਉਹ ਬਾਅਦ 'ਚ ਬਣਦੇ ਆ, ਪਹਿਲਾਂ ਆਰਡੀਨੈਂਸ ਦੇ ਰੂਪ ਦੇ ਵਿੱਚ ਆਉਂਦੇ ਆ, ਤੇ ਕਿਸ ਤਰ੍ਹਾਂ ਕਿਸਾਨਾਂ ਦੇ ਵਿੱਚ ਬੁਰੀ ਤਰ੍ਹਾਂ ਇੱਕ ਡਰ ਬੈਠ ਗਿਆ ਸੀ ਕਿ ਕੇਂਦਰ ਦੀ ਸਰਕਾਰ ਹੁਣ ਸਾਰਾ ਕੁਝ ਜਿਹੜੀ ਸਾਡੀ ਖੇਤੀ ਆ ਉਹ ਕਾਰਪੋਰੇਟ ਹਾਊਸਿਸ ਜਾਂ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਹਵਾਲੇ ਕਰ ਦੂਗੀ। ਔਰ ਇਹ ਗੱਲ ਹੁਣ ਖੁਲਾਸਾ ਵੀ ਹੋਇਆ ਇਸ ਗੱਲ ਦਾ ਜਦੋਂ ਇੱਕ ਦ ਰਿਪੋਰਟਰਸ ਕਲੈਕਟਿਵ, ਇਹ ਦਰਅਸਲ ਹੈ ਕੀ ਹੈ ਰਿਪੋਰਟਰਸ ਕਲੈਕਟਿਵ? ਇਹ ਕੁਝ ਜਰਨਲਿਸਟ ਦਾ, ਕੁਝ ਪੱਤਰਕਾਰਾਂ ਦਾ ਇੱਕ ਸਮੂਹ ਆ ਜਿਹੜਾ ਦੁਨੀਆ ਭਰ ਦੇ ਵਿੱਚ ਸਰਕਾਰਾਂ ਕੰਮ ਕਿਸ ਤਰ੍ਹਾਂ ਕਰਦੀਆਂ ਨੇ ਉਸ ਦੀ ਖੁਲਾਸੇ ਕਰਦੇ ਆ, ਉਸ ਨੂੰ ਬੇਨਕਾਬ ਕਰਦੇ ਆ। ਤੇ ਹੁਣ ਇੱਕ ਨਵਾਂ ਖੁਲਾਸਾ ਹੋਇਆ ਕਿ ਜਿਹੜੇ ਉਹ 3 ਖੇਤੀ ਕਾਨੂੰਨ ਨਰਿੰਦਰ ਮੋਦੀ ਦੀ ਸਰਕਾਰ ਨੇ ਲੈ ਕੇ ਆਂਦੇ ਸੀ, ਉਸ ਦਾ ਕਾਰਨ ਕੀ ਸੀ? ਉਹ ਕਿਵੇਂ ਖੇਤੀ ਕਾਨੂੰਨ ਜਿਹੜੇ ਆ ਉਸ ਸ਼ੇਪ ਦੇ ਵਿੱਚ ਆਏ, ਕੌਣ ਇਹਨਾਂ ਨੂੰ ਲੈ ਕੇ ਆਇਆ, ਕਿਹਦਾ ਉਹ ਸੁਝਾਅ ਸੀ? ਤੇ ਹੁਣ ਪਤਾ ਲੱਗਾ ਕਿ ਇੱਕ NRI ਸੀ, ਨਾਨ ਰੈਜ਼ੀਡੈਂਟ ਇੰਡੀਅਨ, ਭਾਰਤੀ ਮੂਲ ਦਾ ਵਿਅਕਤੀ, ਜਿਹਦਾ ਨਾਂ ਸੀ ਸ਼ਰਦ ਮਰਾਠੇ। ਸ਼ਰਦ ਮਰਾਠੇ ਜਿਹੜਾ ਇੱਕ ਸੌਫਟਵੇਅਰ ਕੰਪਨੀ ਚਲਾਉਂਦਾ, ਜਿਹੜਾ ਖੁਦ ਆਪਣੇ ਆਪ ਨੂੰ ਸੌਫਟਵੇਅਰ ਇੰਜੀਨੀਅਰ ਦੱਸਦਾ, ਜਿਸ ਨੂੰ ਖੇਤੀਬਾੜੀ ਦਾ ਧੇਲਾ ਨਹੀਂ ਆਉਂਦਾ, ਇਹ ਗੱਲ ਵੀ ਪਤਾ ਲੱਗੀ ਆ। ਪਰ ਉਹ ਸਨ 2017 ਦੇ ਵਿੱਚ ਇੱਕ ਚਿੱਠੀ ਲਿਖਦਾ ਉਹ ਨੀਤੀ ਆਯੋਗ ਨੂੰ। ਤੁਹਾਨੂੰ ਪਤਾ ਹੀ ਹੈ ਪਹਿਲਾਂ ਪਲੈਨਿੰਗ ਕਮਿਸ਼ਨ ਹੁੰਦਾ ਸੀ, ਹੁਣ ਅੱਜ ਕੱਲ੍ਹ ਇਹਨੂੰ ਨੀਤੀ ਆਯੋਗ ਕਹਿੰਦੇ ਆ। ਉਸ ਨੂੰ ਚਿੱਠੀ ਲਿਖ ਕੇ ਇਹ ਦੱਸਦਾ ਕਿ ਜਿਹੜੀ ਖੇਤੀ ਆ ਇਸ ਨੂੰ ਜੇ ਹੋਰ ਲਾਹੇਵੰਦ ਕਰਨਾ ਤੇ ਇਸ ਨੂੰ ਵੱਡੀਆਂ ਕੰਪਨੀਆਂ ਦੇ ਕੋਲ ਵੇਚ ਦਿਓ, ਯਾਨੀ ਕਿ ਇਸ ਦੀ ਕਾਰਪੋਰੇਟਾਈਜੇਸ਼ਨ ਕਰ ਦਿਓ। ਵੱਡੇ ਜਿਹੜੇ ਕਾਰਪੋਰੇਟ ਹਾਊਸਿਸ ਨੇ, ਵੱਡੀਆਂ ਕੰਪਨੀਆਂ, ਉਹ ਆ ਕੇ ਕਿਸਾਨਾਂ ਦੀਆਂ ਖੇਤੀ ਜਾਂ ਕਿਸਾਨਾਂ ਦੀਆਂ ਜ਼ਮੀਨਾਂ ਸਾਂਭਣਗੀਆਂ ਤੇ ਕਿਸਾਨਾਂ ਦੀਆਂ ਅਸੀਂ ਜਿਹੜੀਆਂ ਆਮਦਨੀਆਂ ਉਹ ਵਧੀਆ ਕਰ ਦੇਵਾਂਗੇ। ਇਸ ਤਰ੍ਹਾਂ ਉਹਨਾਂ ਦਾ ਵਿਚਾਰ ਸੀ ਤੇ ਕਿਸਾਨਾਂ ਨੂੰ ਇਸ ਗੱਲ ਤੇ ਕਿਸੇ ਤਰ੍ਹਾਂ ਦਾ ਇਤਰਾਜ਼ ਵੀ ਨਹੀਂ ਹੋਣਾ। ਤੁਸੀਂ ਦੇਖੋ ਉਸ ਚਿੱਠੀ ਤੋਂ ਬਾਅਦ ਭਾਰਤ ਦੀ ਜਾਂ ਨਰਿੰਦਰ ਮੋਦੀ ਦੀ ਸਰਕਾਰ ਇੰਨੀ ਕੁ ਹਰਕਤ 'ਚ ਆ ਗਈ ਤੇ ਉਸ ਚਿੱਠੀ ਤੋਂ ਪਤਾ ਲੱਗਾ ਸੀ ਕਿ ਇਹ ਜਿਹੜੇ ਕਾਨੂੰਨ ਨੇ ਇਹ ਕਾਰਪੋਰੇਟਸ ਦੇ ਨੇ, ਕਾਰਪੋਰੇਟਸ ਵੱਲੋਂ ਜਾਂ ਵੱਡੀਆਂ ਕੰਪਨੀਆਂ ਵੱਲੋਂ ਹੀ ਬਣਾਏ ਗਏ ਨੇ ਤੇ ਉਹਨਾਂ ਵਾਸਤੇ ਹੀ ਬਣਾਏ ਗਏ ਨੇ। ਇਹ ਖੁਲਾਸੇ ਹੁਣ ਹੁੰਦੇ ਨੇ। ਜਿਸ ਤਰ੍ਹਾਂ ਹੀ ਇਹ ਚਿੱਠੀ ਆਉਂਦੀ ਆ, ਨਾਲ ਦੀ ਨਾਲ ਇੱਕ 3 ਮਹੀਨਿਆਂ ਦੇ ਅੰਦਰ ਇੱਕ ਟਾਸਕ ਫੋਰਸ ਬਣ ਜਾਂਦੀ ਆ। ਹੁਣ ਇਸ ਟਾਸਕ ਫੋਰਸ 'ਚ ਹੁੰਦੇ ਕੌਣ ਆ? ਕਿਉਂਕਿ ਨਾਲ ਦੀ ਨਾਲ ਹੀ ਭਾਰਤ ਸਰਕਾਰ ਵੱਲੋਂ ਉੱਤੋਂ ਹੁਕਮ ਆ ਗਏ ਕਿ ਇਸ ਮਾਮਲੇ ਨੂੰ ਜਲਦੀ ਅਮਲ ਦੇ ਵਿੱਚ ਲੈ ਕੇ ਆਓ। ਅਡਾਨੀ ਗਰੁੱਪ, ਉਸ ਨੂੰ ਵੀ ਇਸ ਦਾ ਹਿੱਸਾ ਬਣਾ ਲਿਆ ਜਾਂਦਾ। ਬਿਗ ਬਾਸਕਟ, ਇਹਦਾ ਵੀ ਤੁਸੀਂ ਨਾਂ ਸੁਣਿਆ ਹੋਣਾ, ਇਸ ਨੂੰ ਵੀ ਇਹਦਾ ਹਿੱਸਾ ਬਣਾ ਲਿਆ ਜਾਂਦਾ। ਇਹ ਵੀ ਇੱਕ ਵੱਡੀ ਕੰਪਨੀ ਆ। ਇਸੇ ਤਰ੍ਹਾਂ ਮਹਿੰਦਰਾ ਗਰੁੱਪ, ਟਰੈਕਟਰਾਂ ਬਾਰੇ ਸੁਣਿਆ ਹੋਣਾ, ਇਹ ਬਣਾਉਂਦੀ ਆ, ਉਸ ਨੇ ਵੀ ਇਹਦੇ ਵਿੱਚ ਉਹਨੂੰ ਵੀ ਪਾ ਲਿਆ ਗਿਆ। ITC ਕੰਪਨੀ, ਉਹਨੂੰ ਵੀ ਇਸ 'ਚ ਪਾ ਲਿਆ। ਤੇ ਪਤੰਜਲੀ, ਰਾਮਦੇਵ ਬਾਰੇ ਤੁਸੀਂ ਸੁਣਿਆ ਹੋਣਾ, ਉਸ ਨੂੰ ਵੀ ਇਹਦੇ ਵਿੱਚ ਪਾ ਲਿਆ। ਸਾਰਿਆਂ ਨੂੰ ਤੇ ਵਿੱਚੇ ਇਹੀ ਜਿਸ ਤਰ੍ਹਾਂ ਸ਼ਰਦ ਮਰਾਠੇ ਆ, ਉਹਨੂੰ ਵੀ ਇਹਦੇ ਵਿੱਚ ਪਾ ਲਿਆ ਗਿਆ, ਸਾਰੇ ਦੇ ਸਾਰੇ। ਪਰ ਇਹਦੇ ਵਿੱਚ ਨਾ ਤਾਂ ਕੋਈ ਕਿਸਾਨੀ ਦਾ ਐਕਸਪਰਟ ਸੀ, ਨਾ ਹੀ ਕੋਈ ਖੇਤੀਬਾੜੀ ਦਾ ਐਕਸਪਰਟ ਸੀ। ਉਹਨਾਂ ਨੂੰ ਇਸ ਸਾਰੇ ਮਾਮਲੇ ਤੋਂ ਦੂਰ ਰੱਖਿਆ ਗਿਆ। ਕਾਰਨ ਕੀ ਸੀ? ਕਿਉਂਕਿ ਫੈਸਲਾ ਤਾਂ ਪਹਿਲਾਂ ਹੀ ਲੈ ਲਿਆ ਗਿਆ ਸੀ
ਕਿ ਅਸੀਂ ਕਰਨ ਕੀ ਜਾ ਰਹੇ ਹਾਂ। ਇਸ ਦੀ ਜਿਹੜੀ ਬੁਨਿਆਦ ਸੀ ਸਨ 2017 ਤੋਂ ਪਹਿਲਾਂ ਸਨ 2015 ਦੇ ਵਿੱਚ ਹੀ ਸ਼ੁਰੂ ਹੋ ਗਈ ਸੀ। ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਸਨ 2015 ਦੇ ਵਿੱਚ ਇੱਕ ਦਾਲ ਸਕੈਮ ਹੋਇਆ ਸੀ, ਜਿਹੜੀ ਦਾਲ ਅਰਹਰ ਦੀ ਦਾਲ ਆ। ਬੜਾ ਵੱਡਾ ਸਕੈਮ ਇਸ ਕਰਕੇ ਹੋਇਆ ਸੀ ਕਿ ਉਸ ਵਕਤ ਅਰਹਰ ਦੀ ਜਿਹੜੀ ਦਾਲ ਸੀ ਉਹ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣ ਲੱਗ ਗਈ ਸੀ ਮਾਰਕੀਟ 'ਚ। ਸਰਕਾਰ ਬਹੁਤ ਹੈਰਾਨ ਹੋ ਗਈ, ਆਲੋਚਨਾ ਸ਼ੁਰੂ ਹੋ ਗਈ ਕਿ ਇਹ ਕੀ ਹੋ ਗਿਆ। ਅਸੀਂ ਤਾਂ ਹੁਣੇ ਸਨ 2014 ਦੇ ਵਿੱਚ ਨਵੀਂ ਸਰਕਾਰ ਲੈ ਕੇ ਆਏ ਹਾਂ। ਉਸ ਤੋਂ ਬਾਅਦ ਇਨਕਮ ਟੈਕਸ ਦੀਆਂ ਰੇਟਸ ਹੁੰਦੀਆਂ ਨੇ ਤੇ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਇੱਕ ਕਾਨੂੰਨ ਆ, ਉਹ ਉੱਥੇ ਲਾਗੂ ਕੀਤਾ ਜਾਂਦਾ ਤੇ ਬਾਅਦ 'ਚ ਪਤਾ ਲੱਗਦਾ ਕਈ ਵੱਡੇ ਗਰੁੱਪ ਜਿਵੇਂ ਕਿ ਅਡਾਨੀ ਗਰੁੱਪ ਸੀ, ਇਸੇ ਤਰ੍ਹਾਂ ਗਲੈਨਕੋਰ ਕੰਪਨੀ ਸੀ, ਇਸੇ ਤਰ੍ਹਾਂ ਐਡਲਵਿਸ ਕੰਪਨੀ ਸੀ, ਜਿੰਦਲ ਗਰੁੱਪ ਸੀ ਤੇ ਇਹ ਸਾਰੇ ਦੇ ਸਾਰੇ ਇਸ ਦਾਲ ਸਕੈਮ ਦੇ ਵਿੱਚ ਡਾਇਰੈਕਟ ਬੈਨੀਫਿਸ਼ਰੀ ਸੀ। ਕਹਿਣ ਦਾ ਭਾਵ ਸੀ ਕਿ ਇਹਨਾਂ ਨੂੰ ਸਾਰਿਆਂ ਨੂੰ ਸਭ ਤੋਂ ਵੱਧ ਲਾਭ ਪ੍ਰਾਪਤ ਹੋਇਆ ਸੀ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਹਾਂ, ਇਹ ਵੱਖਰੀ ਗੱਲ ਆ ਕਿ ਇਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ, ਬਲਕਿ ਸਰਕਾਰ ਨੇ ਉਦੋਂ ਤੋਂ ਹੀ ਸੋਚਣਾ ਸ਼ੁਰੂ ਕਰਤਾ ਸੀ ਕਿ ਕਿਸ ਤਰ੍ਹਾਂ ਅਸੀਂ ਕੋਈ ਕਾਨੂੰਨ ਲੈ ਕੇ ਆਈਏ ਜਿਸ ਨਾਲ ਅਸੀਂ ਖੇਤੀ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਆਈਏ, ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅਸੀਂ ਕੰਟਰੋਲ ਕਰੀਏ। ਤੇ ਹੁਣ ਤੁਸੀਂ ਦੇਖੋ ਇਸੇ ਦੌਰਾਨ ਚੀਫ ਐਗਜ਼ੈਕਟਿਵ ਸੀ ਜਿਹੜੇ ਨੀਤੀ ਆਯੋਗ ਦੇ ਉਸ ਟਾਈਮ, ਅਮਿਤਾਭ ਕਾਂਤ ਉਹਨਾਂ ਦਾ ਨਾਮ ਸੀ। ਉਹਨਾਂ ਨੇ ਤਾਂ ਬਲਕਿ ਇਹ ਵੀ ਕਹਿਤਾ ਸੀ ਕਿ MSP ਖਤਮ ਕਰ ਦਿਓ, ਘੱਟੋ ਘੱਟ ਸਮਰਥਨ ਮੁੱਲ ਜਿਹੜਾ ਕਿਸਾਨਾਂ ਨੂੰ ਮਿਲਣਾ MSP, ਉਹ ਕਹਿੰਦੇ ਖਤਮ ਕਰ ਦਿਓ। ਇੱਕ ਸੁਝਾਅ ਉਹਨਾਂ ਦਾ ਇਹ ਵੀ ਸੀ ਕਿ ਜਿਹੜਾ ਕਮਿਸ਼ਨ ਫਾਰ ਐਗਰੀਕਲਚਰਲ ਕਾਸਟ ਐਂਡ ਪ੍ਰਾਈਸਿਸ, CACP ਕਹਿ ਦਿੰਦਾ। ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ, ਇਹ CACP ਹੈ, ਇਹੀ ਇੱਕ ਬੋਡੀ ਆ ਜਿਹੜਾ ਨਿਰਧਾਰਿਤ ਕਰਦੀ ਆ ਕਿ ਕਿਉਂਕਿ ਜੇ ਮਹਿੰਗਾਈ ਹੋ ਗਈ ਆ ਜਾਂ ਇਨਫਲੇਸ਼ਨ ਵੱਧ ਗਈ ਆ ਤਾਂ ਫਸਲਾਂ ਦੇ ਰੇਟ ਜਾਂ MSP ਵੀ ਵਧਣੀ ਚਾਹੀਦੀ ਆ। ਉਹ ਜਿਹੜੇ ਕਹਿੰਦੇ ਆ ਅਮਿਤਾਭ ਕਾਂਤ, ਉਹ ਕਹਿੰਦੇ ਇਹਨੂੰ ਹੀ ਖਤਮ ਕਰ ਦਿਓ। ਯੋਗਿੰਦਰ ਯਾਦਵ ਜਿਹੜੇ ਕਿਸਾਨਾਂ ਦੇ ਨਾਲ ਹਮੇਸ਼ਾ ਖੜੇ ਰਹੇ, ਉਹਨਾਂ ਦਿਨਾਂ ਦੇ ਵਿੱਚ ਅੰਦੋਲਨ ਦੇ ਵਿੱਚ ਵੀ ਗਏ। ਇਹਨਾਂ ਨੇ ਮੈਨੂੰ ਯਾਦ ਆ ਕਿਹਾ ਇੱਕ ਇੰਟਰਵਿਊ ਦੇ ਵਿੱਚ ਕਿ ਮੈਂ 30 ਮਿੰਟ ਲਈ ਇਸ ਸ਼ਰਦ ਮਰਾਠੇ ਨਾਮ ਦੇ ਵਿਅਕਤੀ ਨੂੰ ਮਿਲਿਆ, ਪਰ 30 ਮਿੰਟਾਂ ਦੇ ਅੱਧੇ ਘੰਟੇ ਦੇ ਵਿੱਚ ਵੀ ਸਮਝ ਗਿਆ ਕਿ ਇਸ ਵਿਅਕਤੀ ਨੂੰ ਖੇਤੀਬਾੜੀ ਬਾਰੇ ਧੇਲਾ ਨਹੀਂ ਪਤਾ। ਕਹਿੰਦੇ ਮੈਂ ਉੱਠ ਕੇ ਆ ਗਿਆ। ਸੋ ਹੁਣ ਤੁਸੀਂ ਆਪ ਸਮਝ ਸਕਦੇ ਹੋ। ਬਲਕਿ ਰਕੇਸ਼ ਟਿਕੈਤ, ਉਹ ਵੀ ਅੰਦੋਲਨ ਦੇ ਮੋਢੀ ਰਹੇ ਨੇ, ਉੱਤਰ ਪ੍ਰਦੇਸ਼ ਤੋਂ ਆਉਂਦੇ ਨੇ। ਇਹਨਾਂ ਨੇ ਵੀ ਇਹੀ ਕਿਹਾ ਕਿ ਸਾਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਇਹ ਸਾਰੇ ਦਾ ਸਾਰਾ ਜਿਹੜਾ ਮਾਮਲਾ ਇਹ ਕੇਵਲ ਤੇ ਕੇਵਲ ਵੱਡੀ ਕੰਪਨੀਆਂ ਨੂੰ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਉਹਨਾਂ ਨੂੰ ਲਾਹਾ ਪਹੁੰਚਾਉਣ ਲਈ, ਉਹਨਾਂ ਨੂੰ ਲਾਭ ਪਹੁੰਚਾਉਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤੇ ਫਿਰ ਮੈਨੂੰ ਹੈਰਾਨੀ ਹੁੰਦੀ ਆ, ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਉਹ ਕਿਹੜੇ ਲੀਡਰ ਸੀ ਜਿਹੜੇ ਲਗਾਤਾਰ ਇਹਨਾਂ ਕਾਨੂੰਨਾਂ ਨੂੰ ਸਹੀ ਠਹਿਰਾ ਰਹੇ ਸੀ। ਕਹਿੰਦੇ ਇਸ ਤੋਂ ਵਧੀਆ ਕਾਨੂੰਨ ਤਾਂ ਹੋ ਹੀ ਨਹੀਂ ਸਕਦੇ। ਤੁਸੀਂ ਦੇਖਿਓ, ਕਹਿੰਦੇ ਪੰਜਾਬ ਦੇ ਕਿਸਾਨ ਜਾਂ ਜਿਹੜੇ ਪੂਰੇ ਭਾਰਤ ਦੇ ਕਿਸਾਨ ਆ ਉਹ ਤਾਂ ਮਾਲਾ ਮਾਲ ਹੋ ਜਾਣਗੇ। ਅੱਜ ਉਹ ਕਿੱਥੇ ਗਏ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ 19 ਨਵੰਬਰ ਸਨ 2021 ਨੂੰ ਮਾਫੀ ਮੰਗ ਕੇ ਉਹ ਕਾਨੂੰਨ ਵਾਪਸ ਲੈ ਲਏ। ਕਹਿੰਦੇ ਸਾਡੇ ਤੋਂ ਗਲਤੀ ਹੋ ਗਈ। ਪਰ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਇੱਥੋਂ ਦੇ ਲੀਡਰ ਸੀ, ਇਹਨਾਂ ਨੇ ਤਾਂ ਕੋਈ ਮਾਫੀ ਨਹੀਂ ਮੰਗੀ ਕਿ ਅਸੀਂ ਤਾਂ ਐਵੇਂ ਪ੍ਰਚਾਰ ਕਰਦੇ ਰਹੇ। CBI ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ, ਭਾਰਤ ਦੀ ਉਹ ਪ੍ਰੀਮੀਅਮ ਇਨਵੈਸਟੀਗੇਸ਼ਨ ਏਜੰਸੀ, ਇਸ ਨੇ ਪਿਛਲੇ ਦਿਨਾਂ ਦੇ ਵਿੱਚ CBI ਦੀ ਸਪੈਸ਼ਲ ਕੋਰਟ ਨੂੰ ਲਿਖ ਕੇ ਦਿੱਤਾ। ਕਹਿੰਦੇ ਗੌਤਮ ਅਡਾਨੀ ਦੇ ਖਿਲਾਫ ਜਿਹੜਾ ਅਸੀਂ ਕੇਸ ਦਰਜ ਕੀਤਾ ਸੀ ਉਸ ਦੇ ਵਿੱਚ ਕੋਈ ਜਾਣ ਨਹੀਂ ਹੈ, ਕੋਈ ਸਾਨੂੰ ਤੱਥ ਨਹੀਂ ਮਿਲੇ, ਇਸ ਕਰਕੇ ਕਿਰਪਾ ਕਰਕੇ ਇਸ ਕੇਸ ਨੂੰ ਬੰਦ ਕਰ ਦਿਓ। ਯਾਨੀ ਕਿ ਉਹਨਾਂ ਨੇ ਕਲੋਜ਼ਰ ਰਿਪੋਰਟ ਦਿੱਤੀ। ਇਹ ਕੇਸ ਹੈ ਕੀ ਹੈ ਇਸ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸੂਗਾ, ਕਿਉਂਕਿ ਸਨ 2010 ਦੇ ਵਿੱਚ ਗੌਤਮ ਅਡਾਨੀ, ਗੌਤਮ ਐਂਟਰਪ੍ਰਾਈਜ਼ਸ ਨੇ ਆਂਧਰਾ ਪ੍ਰਦੇਸ਼ ਵਿਜੇਵਾੜਾ ਦੇ ਵਿੱਚ ਉੱਥੇ 6 ਲੱਖ ਮੀਟ੍ਰਿਕ ਟਨ ਇੰਪੋਰਟਡ ਕੋਲਾ, ਬਾਹਰੋਂ ਜਿਹੜਾ ਕੋਲਾ ਮੰਗਾਇਆ ਸੀ ਉੱਥੇ ਸਪਲਾਈ ਕੀਤਾ ਸੀ। ਔਰ ਉਹਦੇ ਵਿੱਚ ਇੱਕ ਡਿਪਟੀ ਸੈਕਟਰੀ ਸੀ ਜਿਹਦਾ ਨਾਮ ਸੀ ਪ੍ਰੇਮ ਰਾਜ ਕੌਰ। ਪ੍ਰੇਮ ਰਾਜ ਕੌਰ ਨੇ ਉਸ ਦੇ ਵਿੱਚ ਕਈ ਸਾਰੀਆਂ ਬੇਨਿਯਮੀਆਂ ਪਾਈਆਂ ਸੀ ਔਰ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ। ਇਹ ਯੂਨੀਅਨ ਮਿਨਿਸਟਰੀ ਦੇ ਵਿੱਚ ਸੀ, ਡਿਪਟੀ ਸੈਕਟਰੀ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਆ। ਇਹਨਾਂ ਦੀ ਸ਼ਿਕਾਇਤ ਗੌਤਮ ਅਡਾਨੀ ਦੇ ਖਿਲਾਫ ਜਾਂ ਉਸ ਗੌਤਮ ਐਂਟਰਪ੍ਰਾਈਜ਼ਸ ਦੇ ਖਿਲਾਫ ਜਾਂ ਅਡਾਨੀ ਐਂਟਰਪ੍ਰਾਈਜ਼ਸ ਦੇ ਖਿਲਾਫ ਉਹ ਕੇਸ ਦਰਜ ਹੋਇਆ ਸੀ। ਉਸ ਤੋਂ ਬਾਅਦ ਤੁਸੀਂ ਦੇਖੋ ਲਗਭਗ ਇਹ ਠੰਡੇ ਬਸਤੇ ਦੇ ਵਿੱਚ ਪਿਆ ਰਿਹਾ। ਸਨ 2020 ਦੇ ਵਿੱਚ ਜਾ ਕੇ ਇਹਦੀ ਮੁੱਢਲੀ ਜਿਹੜੀ ਜਾਂਚ ਸ਼ੁਰੂ ਹੁੰਦੀ ਆ, CBI ਇਹਦੀ ਜਾਂਚ ਸ਼ੁਰੂ ਕਰਦੀ ਆ।
ਗੌਤਮ ਅਡਾਨੀ ਦੀ ਇਸ ਕੰਪਨੀ ਦੇ ਖਿਲਾਫ ਵੀ ਤੇ ਕੁਝ ਅਫਸਰਾਂ ਦੇ ਖਿਲਾਫ ਵੀ। ਇੱਕ ਚੇਅਰਮੈਨ ਹੁੰਦੇ ਨੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਦੇ, ਜਿਨ੍ਹਾਂ ਦਾ ਨਾਮ ਸੀ ਵਰਿੰਦਰ ਸਿੰਘ, ਇਹਨਾਂ ਤੇ ਵੀ ਕੇਸ ਦਰਜ ਹੁੰਦਾ। ਹੋਰ ਵੀ ਕੁਝ ਕਈ ਅਫਸਰ ਹੁੰਦੇ ਨੇ। ਆਖਿਰਕਾਰ 3 ਸਾਲਾਂ ਦੀ ਤਫਤੀਸ਼ ਕਰਨ ਤੋਂ ਬਾਅਦ ਸੀਬੀਆਈ ਹੁਣ ਜਾ ਕੇ ਬੀਤੇ ਦਿਨਾਂ ਦੇ ਵਿੱਚ ਇਹ ਰਿਪੋਰਟ ਦਿੰਦੀ ਹੈ। ਕਹਿੰਦੇ ਗੌਤਮ ਅਡਾਨੀ ਦੀ ਕੰਪਨੀ ਜਿਹੜੀ ਅਡਾਨੀ ਐਂਟਰਪ੍ਰਾਈਜ਼ਸ ਆ, ਇਸ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਕੇਸ ਨਹੀਂ ਬਣਦਾ। ਤੁਹਾਨੂੰ ਮੈਂ ਇੱਕ ਹੋਰ ਵੀ ਚੀਜ਼ ਦੱਸਦਾ, ਇਹ ਜਿਹੜੀ ਪ੍ਰੇਮ ਰਾਜ ਕੌਰ ਆ, ਇਸ ਨੇ ਵਲੰਟੀਅਰ ਰਿਟਾਇਰਮੈਂਟ ਲੈ ਲਈ ਹੈ, ਯਾਨੀ ਕਿ ਸਮੇਂ ਤੋਂ ਪਹਿਲਾਂ ਹੀ ਆਪਣੀ ਰਿਟਾਇਰਮੈਂਟ ਲੈ ਲਈ ਹੈ ਇਸ ਜੌਬ ਤੋਂ। ਹੁਣ ਦਿੱਲੀ ਦੀ ਜਿਹੜੀ ਸੀਬੀਆਈ ਕੋਰਟ ਆ, ਉਸਨੇ ਬਲਕਿ ਇਹਨਾਂ ਨੂੰ ਬੁਲਾਇਆ ਵੀ ਆ, ਕਹਿੰਦੇ ਤੁਸੀਂ ਪੇਸ਼ ਹੋ ਕੇ ਆਪਣਾ ਪੱਖ ਜ਼ਰੂਰ ਦਿਓ, ਕਿਉਂਕਿ ਤੁਹਾਡੀ ਰਿਪੋਰਟ ਤੋਂ ਬਾਅਦ ਹੀ, ਪ੍ਰੇਮ ਰਾਜ ਕੌਰ ਦੀ ਰਿਪੋਰਟ ਤੋਂ ਬਾਅਦ ਹੀ ਇਹ ਕੇਸ ਸ਼ੁਰੂ ਹੋਇਆ ਸੀ। ਪਰ ਸੀਬੀਆਈ ਕਹਿੰਦੀ ਹੁਣ ਸਾਡੇ ਕੋਲ ਸਬੂਤ ਨਹੀਂ ਆ, ਤੇ ਇਸ ਕਰਕੇ ਇਸ ਕੇਸ ਨੂੰ ਬੰਦ ਕਰ ਦਿਓ। ਹੁਣ ਤੁਸੀਂ ਬਿਹਤਰ ਸਮਝ ਸਕਦੇ ਹੋ ਕਿ ਸੀਬੀਆਈ ਇਹ ਸਾਰਾ ਕੁਝ ਕਿਉਂ ਚਾਹੁੰਦੀ ਹੈ। ਸੁਪਰੀਮ ਕੋਰਟ ਨੇ ਈਡੀ ਯਾਨੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਝਾੜ ਕੇ ਬਿਠਾਤਾ। ਕਹਿੰਦੇ ਤੁਸੀਂ ਆਪਣੇ ਆਪ ਦੇ ਵਿੱਚ ਕਾਨੂੰਨ ਨਹੀਂ ਹੋ, ਤੁਹਾਡੇ ਜਿਹੜੇ ਕਾਇਦੇ ਕਾਨੂੰਨ ਨੇ ਤੁਸੀਂ ਉਹਨਾਂ ਦੇ ਹਿਸਾਬ ਨਾਲ ਕੰਮ ਕਰਨਾ, ਪਰ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਲੱਗਦਾ ਨਹੀਂ ਹੈ ਕਿ ਤੁਸੀਂ ਕਾਇਦੇ ਕਾਨੂੰਨ ਦੇ ਹਿਸਾਬ ਦੇ ਨਾਲ ਕੰਮ ਕਰਦੇ। ਦਰਅਸਲ ਇਹ ਕੇਸ ਹੈ ਕੀ ਆ? ਪਿਛਲੇ ਦਿਨਾਂ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਕੇਸ ਦਰਜ ਕਰ ਲਿਆ ਗਿਆ, ਬਲਕਿ 30 ਜੁਲਾਈ ਨੂੰ ਉਹ ਕੇਸ ਦਰਜ ਕੀਤਾ। ਕਹਿੰਦੇ ਛੱਤੀਸਗੜ੍ਹ ਦੇ ਵਿੱਚ ਇਹ ਸ਼ਰਾਬ ਘੁਟਾਲਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਉਹਦੇ ਹੋਲੋਗ੍ਰਾਮਸ ਬਣਾਏ ਜਾ ਰਹੇ ਨੇ। ਉਹ ਛੋਟੇ ਛੋਟੇ ਜਿਹੜੇ ਸਟਿੱਕਰਸ ਹੁੰਦੇ ਆ, ਜਿਹੜੇ ਸ਼ਰਾਬ ਦੀਆਂ ਬੋਤਲਾਂ ਤੇ ਲੱਗਦੇ ਆ, ਉਹ ਕਹਿੰਦੇ ਛੱਤੀਸਗੜ੍ਹ ਦਾ ਇਹ ਸ਼ਰਾਬ ਘੁਟਾਲਾ, ਸੋ ਇਸ ਕਰਕੇ ਇਹਨੂੰ ਨੋਇਡਾ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਬਣਾਇਆ ਜਾ ਰਿਹਾ। ਅਸੀਂ ਇਹ ਕੇਸ ਦਰਜ ਕਰ ਲਿਆ ਤੇ ਹੁਣ ਅਸੀਂ ਉੱਥੋਂ ਦੇ ਅਫਸਰਾਂ ਨੂੰ ਫੜਾਂਗੇ। ਜਾਂ ਇਸ ਦੀ ਜਿਹੜੀ ਸੂਈ ਆ ਉਹ ਉੱਥੋਂ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੱਕ ਜਾਂਦੀ ਹੈ, ਯਾਨੀ ਕਿ ਛੱਤੀਸਗੜ੍ਹ ਦੇ ਕਾਂਗਰਸ ਦੇ ਇਹ ਮੁੱਖ ਮੰਤਰੀ ਨੇ। ਇੱਕ ਗੱਲ ਧਿਆਨ 'ਚ ਰੱਖੋ ਕਿ ਛੱਤੀਸਗੜ੍ਹ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਔਰ ਭਾਰਤੀ ਜਨਤਾ ਪਾਰਟੀ ਦੀ ਹਾਲਤ ਇੱਥੇ ਬਹੁਤ ਪਤਲੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਉੱਥੇ ਕੋਈ ਨੇਤਾ ਨਹੀਂ ਮਿਲ ਰਿਹਾ। ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ। ਹੁਣ ਵਾਪਸ ਇਸ ਕੇਸ ਤੇ ਆਉਂਦੇ ਆ। ਦਰਅਸਲ 18 ਜੁਲਾਈ ਨੂੰ ਹੀ ਸੁਪਰੀਮ ਕੋਰਟ ਨੇ ਮਨਾ ਕਰਤਾ ਸੀ ਕਿ ਇਸ ਕੇਸ ਦੇ ਵਿੱਚ ਜਿਹੜੇ ਤੁਸੀਂ ਆਲਰੇਡੀ ਅਫਸਰਾਂ ਦੇ ਖਿਲਾਫ ਕਾਰਵਾਈ ਕਰਨੀ ਹੈ ਉਹ ਤੁਸੀਂ ਨਹੀਂ ਕਰੋਗੇ। ਚਾਹੇ ਉੱਥੋਂ ਦੇ ਸਪੈਸ਼ਲ ਸੈਕਟਰੀ ਸੀ ਅਰੁਣ ਪੱਲੀ ਤ੍ਰਿਪਾਠੀ, ਉਹਨਾਂ ਦੇ ਖਿਲਾਫ, ਚਾਹੇ ਐਕਸਾਈਜ਼ ਕਮਿਸ਼ਨਰ ਸੀ ਨਰਿੰਜਨ ਦਾਸ, ਉਹਨਾਂ ਦੇ ਖਿਲਾਫ, ਆਈਐਸ ਆਫੀਸਰ ਅਨਿਲ ਟੁਟੇਜਾ, ਉਹਨਾਂ ਦੇ ਖਿਲਾਫ, ਜਾਂ ਯਸ਼ ਟੁਟੇਜਾ, ਇਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਰੋਕਤਾ ਸੀ। ਪਰ ਹੋਇਆ ਕੀ, 30 ਜੁਲਾਈ ਨੂੰ ਜਦੋਂ 18 ਜੁਲਾਈ ਨੂੰ ਇਸ ਤਰ੍ਹਾਂ ਹੋ ਗਿਆ, ਇਸ ਮਾਮਲੇ ਨੂੰ ਹੋਰ ਅੱਗੇ ਵਧਾਉਣ ਲਈ 30 ਜੁਲਾਈ ਨੂੰ ਇੱਕ ਨਵਾਂ ਕੇਸ ਦਾਇਰ ਕਰਤਾ। ਔਰ ਇਸ ਵਾਰੀ ਇਹ ਜਿਹੜਾ ਕੇਸ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਉਹ ਨੋਇਡਾ ਉੱਤਰ ਪ੍ਰਦੇਸ਼ ਦੇ ਵਿੱਚ ਦਰਜ ਕੀਤਾ ਗਿਆ ਤਾਂ ਕਿ ਇਹਨਾਂ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ, ਇਹਨਾਂ ਨੂੰ ਫੜਿਆ ਜਾ ਸਕੇ। ਤੇ ਉਸ ਤੋਂ ਬਾਅਦ ਫਿਰ ਇਹ ਸਾਰੇ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਆ ਤੇ ਕੋਰਟ ਇਹਨਾਂ ਸਾਰਿਆਂ ਨੂੰ ਮਨਾ ਕਰ ਦਿੰਦਾ, ਈਡੀ ਨੂੰ ਵੀ ਮਨਾ ਕਰ ਦਿੰਦਾ। ਉਹ ਕਹਿੰਦੇ 26 ਸਤੰਬਰ ਤੱਕ ਤੁਸੀਂ ਇਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰੋਗੇ, ਬਿਲਕੁਲ ਇਹਨਾਂ ਨੂੰ ਫੜੋਗੇ ਨਹੀਂ, ਗ੍ਰਿਫਤਾਰ ਨਹੀਂ ਕਰੋਗੇ, ਨਾ ਹੀ ਇਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਹੋਰ ਐਕਸ਼ਨ ਲਓਗੇ। ਬੜਾ ਸਖਤ ਫੈਸਲਾ। ਔਰ ਈਡੀ ਨੂੰ ਜਿਹੜੀ ਉਹਨਾਂ ਨੇ ਗੱਲ ਕਹੀ ਆ ਕਿ ਤੁਸੀਂ ਆਪਣੇ ਆਪ 'ਚ ਕਾਨੂੰਨ ਨਹੀਂ ਆ ਕਿ ਤੁਸੀਂ ਜਿੱਥੇ ਜਾਓ, ਜਿੱਥੇ ਜਿਹਨੂੰ ਮਰਜ਼ੀ ਜਾ ਕੇ ਫੜ ਲਓ। ਔਰ ਇਹ ਲੱਗਦਾ ਵੀ ਮਾਮਲਾ ਇਸ ਤਰ੍ਹਾਂ ਕਿਉਂਕਿ ਭੁਪੇਸ਼ ਬਘੇਲ ਤੇ ਮੁਕੁਲ ਰੋਹਤਗੀ ਜਿਹੜੇ ਛੱਤੀਸਗੜ੍ਹ ਦੇ ਵਕੀਲ ਨੇ, ਉਹਨਾਂ ਨੇ ਖਾਸ ਤੌਰ ਤੇ ਸੁਪਰੀਮ ਕੋਰਟ ਨੂੰ ਇਹ ਗੱਲ ਦੱਸੀ ਕਿ ਜਾਣ ਬੁੱਝ ਕੇ ਇਸ ਮੁੱਦੇ ਨੂੰ ਉਛਾਲਿਆ ਜਾ ਰਿਹਾ, ਜਾਣ ਬੁੱਝ ਕੇ ਇਹ ਮੁੱਦਾ ਬਣਾਇਆ ਜਾ ਰਿਹਾ ਤਾਂ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਸ ਨੂੰ ਕੈਸ਼ ਕੀਤਾ ਜਾ ਸਕੇ ਜਾਂ ਇਸ ਨੂੰ ਮੁੱਦਾ ਬਣਾਇਆ ਜਾ ਸਕੇ। ਹੁਣ ਤੁਸੀਂ ਆਪ ਸਮਝ ਸਕਦੇ ਹੋ ਕਿ ਈਡੀ ਕੀ ਆਪਣਾ ਫੇਅਰ ਕੰਮ ਕਰਦੀ ਆ। ਵੈਸੇ ਇੱਕ ਚੀਜ਼ ਹੋਰ ਵੀ ਆਉਂਦੀ ਆ, ਕਹਿੰਦੇ ਇਹ ਤੁਹਾਡਾ ਕੇਸ ਹੀ ਨਹੀਂ ਆ, ਵੱਧ ਤੋਂ ਵੱਧ ਜੇ ਕੋਈ ਕੇਸ ਆ, ਜੇ ਕੋਈ ਲੱਗਦਾ ਤਾਂ ਵੱਧ ਤੋਂ ਵੱਧ ਇਹ ਇਨਕਮ ਟੈਕਸ ਦਾ ਜਾਂ ਇਨਕਮ ਟੈਕਸ ਦੇ ਮਹਿਕਮੇ ਦਾ ਕੇਸ ਆ। ਈਡੀ ਦਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਅਧੀਨ ਇਹ ਮਾਮਲਾ ਨਹੀਂ ਆਉਂਦਾ, ਜਾਂ ਜਿਹੜਾ ਮਨੀ ਲਾਂਡਰਿੰਗ ਦਾ ਐਕਟ ਆ, ਮਨੀ ਲਾਂਡਰਿੰਗ ਦੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈ। ਸੋ ਤੁਸੀਂ ਇਸ ਕੇਸ ਦੇ ਵਿੱਚੋਂ ਕੀ ਲੈਣਾ? ਸੁਪਰੀਮ ਕੋਰਟ ਨੇ ਇਹ ਗੱਲ ਈਡੀ ਨੂੰ ਬਿਲਕੁਲ ਸਪਸ਼ਟ ਕਰਤੀ ਹੈ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।